बहुत परेशानियां समस्यावां आईयां। ਜਦੋਂ ਤੁਸੀਂ ਇਸ ਰਸਤੇ ਤੇ ਤੁਰ ਪੈਂਦੇ ਆ ਬਹੁਤ ਸਮੱਸਿਆਵਾਂ ਆਉਂਦੀਆਂ ਨੇ। ਤਾਂ ਵਗਦੀ ਹਨੇਰੀ ਦੇ ਉਲਟ ਤੁਰਨ ਵਾਲੀਆਂ ਗੱਲਾਂ ਨੇ, ਤੁਹਾਨੂੰ ਸਮਾਜ ਤੰਗ ਕਰਦਾ ਹੈ, ਪਰ ਜਵਾਬ ਹੈ ਨਹੀਂ ਸੀ ਉਹਨਾਂ ਕੋਲੇ ਵੀ। ਉਹਨਾਂ ਕੋਲੇ ਵੀ ਕੋਈ ਜਵਾਬ ਨਾ, ਹੌਸਲਾ ਦੇ ਕੇ ਚਲੇ ਗਏ। ਤਾਂ ਮੈਂ ਬਹੁਤ ਨਾਰਾਜ਼ ਸੀਗਾ। ਉਸ ਦਿਨ ਰਾਤ ਸੁੱਤਾ ਨਹੀਂ ਹੈਗਾ। ਅਗਲੇ ਦਿਨ ਸਵੇਰ ਤੜਕੇ ਖੇਤ ਆਇਆ ਤਾਂ ਮੈਂ ਸੋਚਿਆ ਕਿ ਮਣਾ ਕਿਤੇ ਨਾ ਤੇਰੀ ਦਿਸ਼ਾ ਗਲਤ ਹੈ। ਖੇਤੀ ਨੂੰ ਸਾਡੇ ਪੰਜਾਬ ਨਹੀਂ, ਸਾਡੇ ਭਾਰਤ ਦੇ ਖਿੱਤੇ ਦੇ ਵਿੱਚ ਇੱਕ ਕਹਾਵਤ ਹੈਗੀ ਹੈ, ਉੱਤਮ ਖੇਤੀ ਮੱਧਮ ਵਪਾਰ ਨਿਖਿੱਧ ਚਾਕਰੀ। ਜਿਹੜੀ ਖੇਤੀ ਨੂੰ ਸਾਡੇ ਉੱਤਮ ਕਿਹਾ ਜਾਂਦਾ ਹੈ, ਜਿਸ ਖੇਤੀ ਨੂੰ ਸਾਡੇ ਬਾਬੇ ਨਾਨਕ ਨੇ ਉੱਤਮ ਕਿਹਾ ਹੈ, ਖੇਤੀ ਨੂੰ ਜਿਹੜਾ ਅਖੀਰਲੇ ਸਮੇਂ ਆਪਣਾ 2012 ਦੇ ਵਿੱਚ ਮੇਰੇ ਦਾਦਾ ਜੀ ਦੀ ਮੌਤ ਹੁੰਦੀ ਹੈ। ਉਹਨਾਂ ਦੀ ਉਮਰ ਸੀਗੀ 101 ਸਾਲ। ਤਾਂ ਇੱਕ ਜੋ ਸਾਡੇ ਸੋਸ਼ਲ ਟ੍ਰੈਂਡ ਹੈਗਾ, ਲੋਕ ਅਫਸੋਸ ਕਰਨ ਆਉਂਦੇ ਆ। ਸਾਡੇ ਵੀ ਕੋਈ ਜਾਣਕਾਰ ਸੱਜਣ ਅਫਸੋਸ ਕਰਨ ਆਇਆ ਤਾਂ ਉਹਨਾਂ ਨੇ ਆ ਕੇ ਗੱਲ ਕੀਤੀ ਕਿ ਵਕੀਲ ਸਾਹਿਬ ਬਜ਼ੁਰਗਾਂ ਦੀ ਉਮਰ ਬੜੀ ਚੰਗੀ ਸੀ, 101 ਸਾਲ। ਤੁਹਾਡਾ NGO ਹੈਗਾ ਖੇਤੀ ਵਿਰਾਸਤ ਮਿਸ਼ਨ, 2013 ਦੇ ਵਿੱਚ, ਜਨਵਰੀ 2013 ਦੇ ਵਿੱਚ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ। ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਮੈਂ ਖੇਤੀ ਨੂੰ ਸਮਝਣਾ ਸ਼ੁਰੂ ਕੀਤਾ। ਮੇਰੀ ਲਾਈਨ ਨਹੀਂ, ਮੈਂ ਤਾਂ ਵਕਾਲਤ ਕਰਨ ਵਾਲਾ ਬੰਦਾ ਹਾਂ। ਖੇਤ ਕਦੇ ਗਿਆ ਨਹੀਂ ਸੀ, ਬੜੀ ਗਰਮੀ ਲੱਗਦੀ ਸੀ ਖੇਤ ਦੇ ਵਿੱਚ। ਤਾਂ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਸੰਪਰਕ ਆਉਣ ਤੋਂ ਬਾਅਦ ਕੁਦਰਤੀ ਖੇਤੀ ਕੀ ਹੈ ਇਹਨੂੰ ਸਮਝਣਾ ਸ਼ੁਰੂ ਕੀਤਾ। ਤਾਂ ਮੈਂ ਉਮਿੰਦਰ ਜੀ ਕੋਲੇ ਗਿਆ ਕਿ ਮੈਨੂੰ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਹੈ ਉਹਨਾਂ ਦਾ ਤੁਸੀਂ ਰੈਫਰੈਂਸ ਦਿਓ, ਉਹ ਕਿਹੜੇ ਕਿਸਾਨ ਨੇ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। ਤਾਂ 5-6 ਨਾਮ ਸੀਗੇ। ਜਦੋਂ ਜਨਵਰੀ 2013 ਦੇ ਵਿੱਚ ਉਮਿੰਦਰ ਜੀ ਨੇ ਮੈਨੂੰ ਦਿੱਤੇ, ਉਹਨਾਂ 'ਚ ਰਜਿੰਦਰ ਬਰਾੜ ਕਰਮਗੜ੍ਹ 17, ਉਹਦੇ ਵਿੱਚ ਵਿਨੋਦ ਜਿਆਨੀ, ਉਹਦੇ ਵਿੱਚ ਮਾਸਟਰ ਰਾਜਵੀਰ, ਉਹਦੇ ਵਿੱਚ ਅਮਰਜੀਤ ਸ਼ਰਮਾ ਜੀ ਚੈਨੇ ਵਾਲੇ, ਭੁੱਲਰ ਸਾਹਿਬ ਕੋਲੇ ਵੀ ਮੈਂ ਗਿਆ ਸੀ। ਤਾਂ ਸਟਾਰਟਿੰਗ ਦੇ ਵਿੱਚ ਮੈਂ ਇਹਨਾਂ ਕਿਸਾਨਾਂ ਦੇ ਕੋਲੇ ਗਿਆ, ਉਹਨਾਂ ਕਿਸਾਨਾਂ ਨੂੰ ਜਾ ਕੇ ਮਿਲਿਆ। ਸਭ ਵਧੀਆ ਖੇਤੀ ਕਰ ਰਹੇ ਸੀ, ਸੰਤੁਸ਼ਟ ਸੀ, ਲੇਕਿਨ ਮੈਂ ਸੰਤੁਸ਼ਟ ਨਾ ਹੋਇਆ। ਮੈਂ ਉਹ ਖੇਤੀ ਦਾ ਵਿਗਿਆਨ ਜਾਣਨਾ ਚਾਹੁੰਦਾ ਸੀ ਕਿ ਖੇਤੀ ਦਾ ਵਿਗਿਆਨ ਕੀ ਹੈ। ਬਾਹਰ ਤੋਂ ਤਾਂ ਕੁਝ ਵੀ ਨਹੀਂ ਪਾਉਣਾ, ਫਿਰ ਜ਼ਿੰਕ, ਪੋਟਾਸ਼, ਮੈਗਨੀਸ਼ੀਅਮ ਕਿੱਥੋਂ ਆਊਗਾ। ਤਾਂ ਉਸ ਵਿਗਿਆਨ ਨੂੰ ਜਾਣਨ ਵਾਸਤੇ ਮੈਂ ਦੁਬਾਰਾ ਫਿਰ ਉਮਿੰਦਰ ਜੀ ਕੋਲੇ ਗਿਆ ਕਿ ਮੈਂ ਸੰਤੁਸ਼ਟ ਨਹੀਂ ਹੋਇਆ, ਤਾਂ ਮੈਂ ਜਾਣਨਾ ਚਾਹੁੰਦਾ, ਕੁਝ ਹੋਰ ਡੂੰਘਾਈ ਦੇ ਵਿੱਚ ਜਾਣਨਾ ਚਾਹੁੰਦਾ। ਤਾਂ ਉਹ ਕਹਿੰਦੇ ਤੈਨੂੰ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨਾਲ ਮਿਲਾਉਂਦੇ ਆ। ਤਾਂ ਉਹਨਾਂ ਨੇ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਇੱਕ ਮਾਈਕਰੋਬਾਇਓਲੋਜਿਸਟ ਸੀ, ਹੈਦਰਾਬਾਦ, ਇਕਰੀਸੈਟ ਇੱਕ ਗਵਰਨਮੈਂਟ ਇੰਸਟੀਚਿਊਟ ਹੈਗਾ ਐਗਰੀਕਲਚਰ ਦਾ, ਉਹਦੇ ਵਿੱਚ ਪ੍ਰਿੰਸੀਪਲ ਸਾਇੰਟਿਸਟ ਸੀ। ਉਹਨਾਂ ਨੇ ਇੱਕ ਸੈਮੀਨਾਰ ਰੱਖਿਆ ਹੋਇਆ ਸੀ ਇੱਥੇ ਜੈਤੋ ਦੇ ਵਿੱਚ 29, 30 ਤੇ 31 ਦਸੰਬਰ 2012। ਤਾਂ ਉਸ ਵਰਕਸ਼ਾਪ ਦੇ ਵਿੱਚ ਮੈਨੂੰ ਕਹਿੰਦੇ ਤੂੰ ਆ ਜਾ, ਤੈਨੂੰ ਉਹਨਾਂ ਨਾਲ ਮੇਲ ਕਰਾ ਦਿੰਦੇ ਆ। ਤਾਂ ਮੈਂ ਫਸਟ ਟਾਈਮ ਡਾਕਟਰ ਰੁਪੇਲਾ ਨੂੰ ਉਦੋਂ ਮਿਲਿਆ, ਇਹ 3 ਦਿਨਾਂ ਦੀ ਵਰਕਸ਼ਾਪ ਦੇ ਦੌਰਾਨ। ਤਾਂ ਉੱਥੇ ਮਿਲਣ ਤੋਂ ਬਾਅਦ ਡਾਕਟਰ ਰੁਪੇਲਾ 2009 ਤੋਂ ਪੰਜਾਬ ਆਏ ਸੀ। ਪੰਜਾਬ ਦੇ ਵਿੱਚ ਬਦਲਵੇਂ ਖੇਤੀ ਮਾਡਲ ਦੀ ਗੱਲ ਕਰਨ ਵਾਸਤੇ ਉਹਨਾਂ ਨੇ ਕਾਫੀ ਮਿਹਨਤ ਕੀਤੀ, ਲੇਕਿਨ ਉਹਨਾਂ ਨੂੰ ਕਾਮਯਾਬੀ ਨਾ ਮਿਲੀ। ਤਾਂ ਡਾਕਟਰ ਰੁਪੇਲਾ ਇਸ ਗੱਲ ਲਈ ਫਿਕਰਮੰਦ ਸੀਗੇ ਕਿ ਕੀ ਕਾਰਨ ਹੈਗਾ ਕਿ ਪੰਜਾਬ ਦੇ ਵਿੱਚ ਆਰਗੈਨਿਕ ਫਾਰਮਿੰਗ ਮੂਵਮੈਂਟ ਬਿਲਡ ਕਿਉਂ ਨਹੀਂ ਹੋ ਰਹੀ, ਕਿਉਂ ਜਿਹੜੇ ਕਿਸਾਨ ਹੈਗੇ ਆ ਉਹ ਕੁਦਰਤੀ ਖੇਤੀ ਵਾਲੇ ਪਾਸੇ ਨੂੰ ਨਹੀਂ ਆ ਰਹੇ। ਤਾਂ ਉਹ ਸਾਰਿਆਂ ਨੇ ਸੁਝਾਅ ਦਿੱਤੇ ਕਿ ਰਸਤਾ ਬੜਾ ਔਖਾ ਹੈ। ਜਿਵੇਂ ਬਾਈ ਭੋਲੇ ਨੇ ਦੱਸਿਆ, ਕੋਈ ਸੌਖਾ ਨਹੀਂ ਹੈ, ਕਹਿਣਾ ਤਾਂ ਬੜਾ ਸੌਖਾ ਹੈ, ਸ਼ਬਦ ਹੈ, ਫੈਸ਼ਨ ਅੱਜ ਕੱਲ੍ਹ ਤਾਂ ਹੋਇਆ ਆਰਗੈਨਿਕ ਦਾ, ਤੇ ਰਸਤਾ ਬੜਾ ਔਖਾ ਹੈ। ਇਹਦੇ ਵਿੱਚ ਮਿਹਨਤ ਹੈ ਨਾ ਜਿਹੜੀ, ਉਹ 10 ਗੁਣਾ ਤੋਂ ਸਟਾਰਟ ਹੁੰਦੀ ਹੈ ਤੇ 20 ਗੁਣਾ ਤੱਕ ਹੈ। ਕੁਦਰਤੀ ਖੇਤੀ ਨਾਲੋਂ ਕੁਦਰਤੀ ਖੇਤੀ ਦੇ ਵਿੱਚ 10 ਗੁਣਾ ਜ਼ਿਆਦਾ ਮਿਹਨਤ ਹੈ, 20 ਗੁਣਾ ਤੱਕ ਚੱਲ ਜਾਂਦੀ ਹੈ। ਤਾਂ ਇਹ ਰਸਤਾ ਐਡਾ ਸੌਖਾ ਨਹੀਂ ਹੈਗਾ ਤੇ ਸਾਨੂੰ ਪੰਜਾਬ ਦੇ ਵਿੱਚ ਕੋਈ ਨਾ ਕੋਈ ਇੱਕ ਸਟੈਬਲਿਸ਼ ਮਾਡਲ ਖੜਾ ਕਰਨਾ ਪੈਣਾ। ਅਸੀਂ ਸਟੇਜ ਦੇ ਉੱਤੇ ਲੱਖ ਸਮਝਾ ਲਈਏ ਕਿਸੇ ਨੂੰ, ਕਿਸੇ ਨੇ ਸਾਡੀ ਗੱਲ ਨਹੀਂ ਮੰਨਣੀ। ਸਾਨੂੰ ਇੱਕ ਸਟੈਬਲਿਸ਼ ਮਾਡਲ ਖੜਾ ਕਰਨਾ ਪੈਣਾ ਜਿਹਨੂੰ ਦੇਖ ਕੇ ਲੋਕ ਸ਼ਾਇਦ ਮਗਰ ਲੱਗ ਜਾਣ। ਤਾਂ ਉਹਦੇ ਤੇ ਸਾਨੂੰ ਕੰਮ ਕਰਨਾ ਪੈਣਾ ਤੇ ਸਾਨੂੰ ਇਹਦੇ ਤੇ ਰਿਸਰਚ ਕਰਨੀ ਪੈਣੀ ਹੈ। ਇਸ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣਾ ਪੈਣਾ, ਇਹਨੂੰ ਸੌਖਿਆਂ ਕਰਨਾ ਪੈਣਾ। ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਨੇ ਨਹੀਂ ਲੱਗਣਾ, ਕੋਈ ਸ਼ਦਾਈ ਚੰਦ ਬੰਦੇ ਹੋਣਗੇ ਜਿਹੜੇ ਲੱਗ ਜਾਣਗੇ, ਲੇਕਿਨ ਇਹਨੂੰ ਸਮੇਂ ਦਾ ਹਾਣੀ ਨਹੀਂ ਹਜੇ ਤੱਕ ਖੇਤੀ ਬਣ ਸਕੀ। ਇਹਨੂੰ ਸਮੇਂ ਦਾ ਹਾਣੀ ਬਣਾਉਣਾ ਪੈਣਾ, ਇਹਦੇ ਮਸ਼ੀਨੀਕਰਨ ਤੇ ਕੰਮ ਕਰਨਾ ਪੈਣਾ, ਇਹਦੀਆਂ ਟੈਕਨੀਕਸ ਤੇ ਕੰਮ ਕਰਨਾ ਪੈਣਾ। ਤਾਂ ਉਹਦੇ ਵਾਸਤੇ ਹਜੇ ਬਹੁਤ ਕੰਮ ਹੋਣ ਦੀ ਲੋੜ ਹੈ। ਤਾਂ ਡਾਕਟਰ ਰੁਪੇਲਾ ਕਹਿੰਦੇ ਕਿ ਠੀਕ ਹੈ, ਹੁਣ ਮੈਂ ਇਹਦੇ ਤੇ ਕੰਮ ਕਰੂੰਗਾ। ਮੈਂ ਇੱਕ ਜਿਹੜਾ ਹੈ ਪ੍ਰੈਜ਼ੈਂਟ ਮਾਡਲ ਖੜਾ ਕਰੂੰਗਾ, ਇੱਕ ਖੇਤ ਦੇ ਵਿੱਚ ਅਸੀਂ ਕੰਮ ਕਰਾਂਗੇ। ਇਸ ਤੋਂ ਪਹਿਲਾਂ ਤਾਂ ਮੈਂ ਵੈਸੇ ਹੀ ਲੋਕਾਂ ਨੂੰ ਸਮਝਾਉਂਦਾ ਰਿਹਾ, ਸੈਮੀਨਾਰ ਲਾਉਂਦਾ ਰਿਹਾ, ਪ੍ਰੈਸ ਕਾਨਫਰੰਸਾਂ ਕਰਦਾ ਰਿਹਾ, ਪਰ ਹੁਣ ਮੈਂ ਜਿਹੜਾ ਹੈਗਾ ਇੱਕ ਖੇਤ ਦੇ ਵਿੱਚ ਕੰਮ ਕਰੂੰਗਾ। ਤਾਂ ਉਸ ਖੇਤ ਦੇ ਵਿੱਚ ਅਸੀਂ ਇੱਕ ਮਾਡਲ ਖੜਾ ਕਰਾਂਗੇ। ਤਾਂ ਡਾਕਟਰ ਰੁਪੇਲਾ ਪਹਿਲਾਂ ਸਹਿਮਤ ਨਹੀਂ ਸੀ ਮੇਰੇ ਨਾਲ ਕਿ ਮੈਨੂੰ ਕੋਈ ਤਜਰਬਾ ਨਹੀਂ ਹੈ ਖੇਤੀ ਦਾ। ਤਾਂ ਮੈਂ ਉਹਨਾਂ ਨੂੰ ਮਿਹਨਤ ਤਰਲਾ ਕਰਕੇ ਮਨਾ ਲਿਆ। ਤਾਂ ਜਨਵਰੀ 2013 ਦੇ ਵਿੱਚ ਫਾਰਮਲੀ ਅਸੀਂ ਇਸ ਮਾਡਲ ਦੇ ਉੱਤੇ ਮੇਰੇ ਖੇਤ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਮੇਰੇ ਕੋਲੇ ਉੱਥੇ ਪਿੰਡ ਮੇਰੀ ਆਪਣੀ 50 ਏਕੜ ਜ਼ਮੀਨ ਹੈ, ਜਿਹਦੇ ਵਿੱਚੋਂ ਅਸੀਂ 20 ਏਕੜ ਦੇ ਉੱਤੇ ਆਰਗੈਨਿਕ ਦਾ ਇੱਕ ਮਾਡਲ ਤੇ ਕੰਮ ਕਰਨਾ ਸ਼ੁਰੂ ਕੀਤਾ ਸਨ 2013 ਦੇ ਵਿੱਚ, ਫਾਰਮਲੀ ਜਨਵਰੀ 2013 ਚ। ਤਾਂ ਸਟਾਰਟਿੰਗ ਦੇ ਵਿੱਚ ਮੈਂ ਵਕਾਲਤ ਵੀ ਕਰਦਾ ਰਿਹਾ ਤੇ ਖੇਤੀ ਵੀ। ਡਾਕਟਰ ਪਹਿਲਾਂ ਜਿਵੇਂ ਜਿਵੇਂ ਗਾਈਡ ਕਰਦੇ ਰਹੇ ਕਿ ਅਸੀਂ ਐਂ ਕਰਨਾ ਹੈਗਾ, ਐਂ ਕਰਨਾ, ਉਵੇਂ ਕਰਦੇ ਰਹੇ। ਸਾਲ 2 ਸਾਲ ਚੱਲਦਾ ਰਿਹਾ। ਇਹ ਸਾਲ 2 ਸਾਲਾਂ ਦੇ ਸਫ਼ਰ ਦੇ ਦੌਰਾਨ ਡੈਫੀਨੇਟਲੀ ਪਤਾ ਸੀ, ਪ੍ਰਪੇਅਰ ਸੀਗਾ ਕਿ ਘਾਟੇ ਤਾਂ ਪੈਣੇ ਹੀ ਹੈ। ਕੁਛ ਨਹੀਂ ਨਿਕਲਿਆ, 20 ਏਕੜ ਦੇ ਖੇਤ ਦੇ ਵਿੱਚੋਂ ਖਾਲੀ ਰਿਹਾ 2 ਸਾਲ। ਤਾਂ 2 ਸਾਲਾਂ ਦੇ ਬਾਅਦ ਡਾਕਟਰ ਬੇਲਾ ਕਹਿੰਦੇ ਕਿ ਮਿੱਟੀ ਦੀ ਸਿਹਤ ਜਿਹੜੀ ਹੈਗੀ ਆ ਬੜੀ ਵੀਕ ਹੈ ਤੇ ਹੌਲੀ ਹੌਲੀ ਆਪਣਾ ਠੀਕ ਹੋ ਜਾਊਗੀ, ਸਮਾਂ ਲੱਗੂਗਾ। ਉਹਨਾਂ ਦੇ ਆਸਰੇ ਤੇ ਆਇਆ ਸੀ। ਮੈਨੂੰ ਤਾਂ ਖੇਤੀ ਦੀ ABC ਨਹੀਂ ਪਤਾ ਸੀ, ਖੇਤੀ ਕੀ ਹੁੰਦੀ ਹੈ। ਮੈਨੂੰ ਤਾਂ ਜਿਸ ਦਿਨ ਆਇਆ ਸੀ ਮੱਕੀ ਤੇ ਜਵਾਰ ਦਾ ਫਰਕ ਨਹੀਂ ਪਤਾ ਸੀ। ਮੈਂ ਤਾਂ ਕਹਿੰਦਾ ਹੁੰਦਾ ਸੀ ਕਿ ਪੱਠੇ ਬੀਜਣੇ ਆ, ਤੇ ਮੈਂ ਤਾਂ ਉਹਨਾਂ ਦੇ ਆਸਰੇ ਆਇਆ ਸੀਗਾ ਕਿ ਉਹੀ ਸਭ ਕੁਝ ਮੈਨੂੰ ਗਾਈਡ ਕਰਨਗੇ। ਅਨਫੋਰਚੂਨੇਟਲੀ ਮਾੜੀ ਕਿਸਮਤ ਮੇਰੀ ਕਿ ਉਧਰੋਂ ਮੈਨੂੰ ਲੱਗਿਆ ਕਿ ਹੁਣ ਕੰਮ ਜ਼ਿਆਦਾ ਵੱਧ ਰਿਹਾ, ਜਾਂ ਤਾਂ ਵਕਾਲਤ ਕਰ ਲਾਂ ਜਾਂ ਖੇਤੀ ਕਰ ਲਾਂ। ਖੇਤੀ ਮੈਂ ਛੱਡਣੀ ਨਹੀਂ ਚਾਹੁੰਦਾ ਸੀ, ਵਕਾਲਤ ਨਾਲ ਚੱਲ ਨਹੀਂ ਸਕਦੀ ਸੀ, ਤਾਂ ਮੈਂ ਪ੍ਰੈਫਰ ਕੀਤਾ ਕਿ ਮੈਂ ਹੁਣ ਵਕਾਲਤ ਛੱਡੂੰਗਾ। ਤਾਂ 2015 ਦੇ ਵਿੱਚ ਜਦੋਂ ਮੇਰੀ ਵਕਾਲਤ 1.5 ਤੋਂ 2 ਲੱਖ ਰੁਪਏ ਮਹੀਨੇ ਦੀ ਵਕਾਲਤ ਸੀ, ਉਹਨੂੰ ਛੱਡ ਕੇ ਆਪਣੇ ਕੋਰਟ ਦੇ ਵਿੱਚੋਂ ਲਿਫਾਫੇ ਵੰਡ ਕੇ ਤੇ ਚਲਾ ਗਿਆ, ਤੇ ਨਾਲ ਇੱਕ ਸਟੇਟਮੈਂਟ ਦੇ ਗਿਆ ਕਿ ਪਿਓ ਦਾ ਪੁੱਤ ਹੋਇਆ, ਵਾਪਸ ਨਹੀਂ ਆਊਂਗਾ। ਇੱਧਰੋਂ ਵੱਡੀ ਸਟੇਟਮੈਂਟ ਦੇਤੀ, ਛੱਡ ਕੇ ਚਲਾ ਗਿਆ। ਤਾਂ ਮਾੜੀ ਕਿਸਮਤ 2 ਮਹੀਨੇ ਬਾਅਦ ਪਤਾ ਲੱਗਿਆ ਕਿ ਡਾਕਟਰ ਪਹਿਲਾ ਜਿਹੜਾ ਹੈਗਾ ਬੜੀ ਸੀਰੀਅਸ ਪ੍ਰੋਬਲਮ ਦੇ ਵਿੱਚ ਉਲਝ ਗਏ, ਤੇ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ। ਤਾਂ ਬਹੁਤ ਵੱਡਾ ਸੰਕਟ ਆ ਗਿਆ ਮੇਰੇ ਲਈ। ਹੁਣ ਕੀ ਕਰਾਂ? ਮੈਂ ਤਾਂ ਉਹਨਾਂ ਦੇ ਆਸਰੇ ਤੇ ਆਇਆ ਸੀ, ਮੈਨੂੰ ਤਾਂ ਖੇਤੀ ਦਾ ਕੁਝ ਨਹੀਂ ਪਤਾ ਤੇ ਵਾਪਸ ਜਾ ਨਹੀਂ ਸਕਦਾ ਕਹਿ ਕੇ ਆਇਆ। ਹੁਣ ਕਿੱਧਰ ਨੂੰ ਜਾਵਾਂ? ਤਾਂ ਫਿਰ ਮੇਰੇ ਲਈ ਕੋਈ ਆਸਰਾ ਨਹੀਂ ਸੀਗਾ। ਤਾਂ ਆਸਰਾ ਤਾਂ ਫਿਰ ਖੇਤੀ ਵਿਰਾਸਤ ਮਿਸ਼ਨ ਸੀਗੀ ਕਿ ਮੈਨੂੰ ਇਹ ਗਾਈਡ ਕਰਨਗੇ ਕਿ ਕਿਵੇਂ ਖੇਤੀ ਕਰਨੀ ਹੈ। ਤਾਂ ਉਮਿੰਦਰ ਜੀ ਨੂੰ ਕਿਹਾ ਕਿ ਮੈਂ ਤਾਂ ਬੜਾ ਨਿਹੱਥਾ ਹੋ ਗਿਆ ਜੀ, ਕਿੱਧਰ ਨੂੰ ਜਾਵਾਂ? ਬਹੁਤ ਵੱਡਾ ਪੰਗਾ ਲੈ ਲਿਆ 20 ਏਕੜ ਦੇ ਵਿੱਚ, ਹੁਣ ਛੱਡ ਨਹੀਂ ਸਕਦਾ, ਵਾਪਸ ਵੀ ਨਹੀਂ ਜਾ ਸਕਦਾ, ਮੈਨੂੰ ਤੁਸੀਂ ਗਾਈਡ ਕਰੋ। ਉਹ ਕਹਿੰਦੇ ਜੀ ਆਪਾਂ ਕੋਈ ਗੱਲ ਨਹੀਂ, ਡਾਕਟਰ ਪਹਿਲਾ ਨਾਲ ਨੁਕਸਾਨ ਤਾਂ ਬਹੁਤ ਹੋਇਆ, ਅਸੀਂ ਬਾਹਰ ਤੋਂ ਐਕਸਪਰਟ ਬੰਦੇ ਲੈ ਕੇ ਆਵਾਂਗੇ, ਉਹ ਤੈਨੂੰ ਖੇਤੀ ਸਿਖਾਉਣਗੇ। ਤਾਂ ਉਮਿੰਦਰ ਜੀ ਨੇ ਪੰਜਾਬ ਤੋਂ ਬਾਹਰ ਦੇ ਐਕਸਪਰਟ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਲੈ ਕੇ ਆਂਦੇ। ਕੋਈ ਬਿਹਾਰ ਤੋਂ, ਕੋਈ ਸਿੱਕਮ ਤੋਂ, ਕੋਈ ਕਿਸੇ ਸਟੇਟ ਤੋਂ, ਕੋਈ ਕਿਸੇ ਸਟੇਟ ਤੋਂ। ਉਹ ਸਾਰਿਆਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਚੰਗਾ ਨਾਮ ਬਣਾਇਆ ਹੋਇਆ ਹੈ। ਉਹ ਸਾਰਿਆਂ ਨੇ ਜਿਹੜਾ ਹੈਗਾ ਆਪਣੀ ਆਪਣੀ ਬ੍ਰਾਂਡਿੰਗ ਕੀਤੀ ਹੋਈ ਹੈ। ਜਦੋਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਹੋ ਨਾ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਨਾਮ ਬੜੇ ਵੱਡੇ ਨੇ ਪਰ ਪੱਲੇ ਕੁਝ ਨਹੀਂ ਹੈਗਾ। ਤਾਂ ਐਸੇ ਵੱਡੇ ਵੱਡੇ ਨਾਮ ਪੰਜਾਬ ਦੇ ਵਿੱਚ ਲੈ ਕੇ ਆਂਦੇ, ਉਹਨਾਂ ਦੇ ਨਾਲ ਸਾਨੂੰ ਬਿਠਾਇਆ ਕਿ ਤੁਸੀਂ ਬੈਠੋ, ਸਿੱਖੋ ਇਹਨਾਂ ਤੋਂ। ਕੋਈ ਵੱਡਾ ਨਾਮ ਆਇਆ, ਉਹਨੇ ਕਹਿਤਾ ਜੀ ਤੁਸੀਂ ਜਿਹੜਾ ਹੈਗਾ ਵੇਸਟ ਡੀਕੰਪੋਜ਼ਰ ਪਾ ਲਓ, ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਮੈਂ ਚੱਕ ਕੇ ਵੇਸਟ ਡੀਕੰਪੋਜ਼ਰ ਦੀਆਂ ਡਿੱਗੀਆਂ ਬਣਾ ਕੇ ਉਹ ਪਾਉਣ ਲੱਗ ਪਿਆ। ਫਿਰ ਹੋਰ ਆਇਆ ਜੀ ਤੁਸੀਂ ਜੀਵ ਅੰਮ੍ਰਿਤ ਪਾ ਲਓ, ਜੀਵ ਅੰਮ੍ਰਿਤ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ, ਇੰਨੀ ਤੁਹਾਡੀਆਂ ਫਸਲਾਂ ਹੋਣ ਲੱਗ ਪੈਣਗੀਆਂ। ਮੈਂ ਉਹ ਚੱਕਤਾ ਕੰਮ, ਜੀਵ ਅੰਮ੍ਰਿਤ ਪਾਉਣ ਲੱਗ ਪਿਆ। ਫਿਰ ਹੋਰ ਆਇਆ, ਉਹ ਕਹਿੰਦਾ ਜੀ ਅੰਮ੍ਰਿਤ ਮਿੱਟੀ ਬਣਾ ਕੇ ਪਾਓ, ਤੁਸੀਂ ਤੁਹਾਨੂੰ ਕੰਪੋਸਟ ਨਹੀਂ ਬਣਾਉਣੀ ਆਉਂਦੀ, ਤੁਸੀਂ ਕੰਪੋਸਟ ਬਣਾਓ, ਫਿਰ ਤੁਹਾਡੇ ਮਸਲੇ ਹੱਲ ਹੋਣਗੇ। ਮੈਂ ਉਹ ਚੱਕਤਾ। ਫਿਰ ਹੋਰ ਆਇਆ ਜੀ, ਉਹ ਕਹਿੰਦਾ ਤੁਸੀਂ ਜਿਹੜਾ ਹੈਗਾ ਬੈੱਡਾਂ ਦੇ ਬੀਜੋ, ਤੁਹਾਡੀਆਂ ਕਮੀਆਂ ਇਹ ਰਹੀਆਂ ਹੁਣ ਤੇ ਕਰਕੇ ਤੁਸੀਂ ਬੈੱਡਾਂ ਤੇ ਨਹੀਂ ਬੀਜੀ। ਮੈਂ ਬੈੱਡਾਂ ਦੇ ਬੀਜਣੀ ਸ਼ੁਰੂ ਕਰਤੀ। ਹਰੇਕ ਨੇ ਆਪਣੀ ਆਪਣੀ ਬ੍ਰਾਂਡਿੰਗ ਬਣਾਈ ਹੋਈ ਹੈ, ਆਪਣੀ ਆਪਣੀ ਦੁਕਾਨਦਾਰੀ ਚਲਾਈ ਹੋਈ ਹੈ ਕਿ ਆਹ ਕੰਮ ਕਰ ਲਓ ਤੁਹਾਡਾ ਹੱਲ ਹੋ ਜੂ। ਮੈਂ ਉਹ ਚੱਕਤਾ। ਪਰ ਮੇਰੇ ਤਾਂ ਇੱਕ ਹੋਰ ਆਇਆ, ਉਹ ਕਹਿੰਦਾ ਜੀ ਧੂਫਾਂ ਕਰੋ ਖੇਤ ਦੇ ਵਿੱਚ, ਤੁਸੀਂ ਧੂਫਾਂ ਕਰਨ ਦੇ ਨਾਲ ਤੁਹਾਡੇ ਮਸਲੇ ਹੱਲ ਹੋਣਗੇ। ਉਹ ਮੈਂ ਜੀ ਧੂਫਾਂ ਵੀ ਕਰਨ ਲੱਗ ਪਿਆ। ਤਾਂ ਮੰਤਰ ਪੜੋ, ਉਹ ਮੰਤਰ ਪੜ੍ਹਨੇ ਵੀ ਸ਼ੁਰੂ ਕਰਤੇ। ਉਹ ਪਰ ਮੇਰਾ ਤਾਂ ਮਸਲਾ ਹੱਲ ਨਾ ਹੁੰਦਾ ਹੋਇਆ, ਤੇ ਮੈਂ ਤਾਂ ਉਲਟਾ ਘਾਟੇ ਨੂੰ ਜਾਂਦਾ ਜਿਵੇਂ। ਸ਼ੁਰੂ 'ਚ ਤਾਂ ਮੇਰੀ ਕਣਕ ਜਿਹੜੀ ਪਹਿਲੇ ਇੱਕ ਸਾਲ ਤਾਂ ਆ ਗਈ ਸੀਗੀ, 15 ਕੁ ਮਣ ਝੜ ਗਈ ਸੀ। ਉਦੋਂ ਅਗਲਾ ਕਰਦੇ ਕਰਦੇ ਮੇਰੇ ਤੇ ਆਹ ਸਮਾਂ ਆ ਗਿਆ ਸੀ ਕਿ ਮੇਰਾ ਕਣਕ ਦਾ ਝਾੜ 1 ਕੁਆਂਟਲ ਰਹਿ ਗਿਆ ਸੀ। 1 ਕੁਆਂਟਲ ਮੇਰਾ ਝਾੜ ਹੋ ਗਿਆ, ਬੀਜ ਨਵਾਂ ਹੁੰਦਾ ਸੀ। ਜਿਹੜੀ ਵੀ ਫਸਲ ਬੀਜਾਂ ਉਹਦਾ ਬੀਜ ਨਵਾਂ ਹੋ ਜਾਂਦਾ ਸੀ। ਤਾਂ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਹਰ ਛਮਾਈ, ਹਰ ਸਾਲ ਬਾਅਦ ਮੈਂ ਘਾਟੇ 'ਚ ਵੜਦਾ ਗਿਆ। ਬਹੁਤ ਪਰੇਸ਼ਾਨੀਆਂ, ਸਮੱਸਿਆਵਾਂ ਆਈਆਂ। ਜਦੋਂ ਤੁਸੀਂ ਇਸ ਰਸਤੇ ਦੇ ਤੁਰ ਪੈਂਦੇ ਆ, ਬਹੁਤ ਸਮੱਸਿਆਵਾਂ ਆਉਂਦੀਆਂ ਨੇ। ਇਹ ਤਾਂ ਵਗਦੀ ਹਨੇਰੀ ਦੇ ਉਲਟ ਤੁਰਨ ਵਾਲੀਆਂ ਗੱਲਾਂ ਨੇ। ਤੁਹਾਨੂੰ ਸਮਾਜ ਤੰਗ ਕਰਦਾ ਹੈ,